ਸਤਿ ਸ਼੍ਰੀ ਅਕਾਲ ਜੀ। ਕਿਤਾਬ ਮੇਲਜੋਲ, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਦੂਜਾ ਲੇਖ ਅਪਮਾਨ। ਅਜੋਕੇ ਮਨੁੱਖ ਵਿੱਚ ਕੁਝ ਉਸਾਰਨ ਦੇ ਮੁਕਾਬਲੇ ਤਬਾਹ ਕਰਨ ਦੀ ਰੁਚੀ ਵਧੇਰੇ ਬਲਵਾਨ ਹੋ ਗਈ ਹੈ। ਉਸਾਰਨ ਦੀ ਚਾਲ ਅਤੇ ਤਬਾਹੀ ਦੀ ਰਫ਼ਤਾਰ, ਕੁਝ ਬਣਾਉਣ ਦਾ ਚਾਅ ਅਤੇ ਕੁਝ ਢਾਉਣ ਦੀ ਕਲਾ, ਕਿਸੇ ਦ੍ਰਿਸ਼ ਨੂੰ ਮਾਣਨ ਦਾ ਸਲੀਕਾ ਅਤੇ ਉਸ ਵਿੱਚ ਨੁਕਸ ਕੱਢਣ ਦੀ ਬਿਰਤੀ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਅਸ਼ਾਂਤ ਹੈ, ਅਸੰਤੁਸ਼ਟ ਹੈ, ਉਦਾਸ ਹੈ, ਨਿਰਾਸ਼ ਹੈ। ਇਹ ਵਰਤਾਰੇ ਦੂਜਿਆਂ ਨਾਲ ਸਾਡੇ ਸਬੰਧਾਂ ਨੂੰ ਕੂਲੇ ਬਣਾਉਣ ਦੀ ਥਾਂ ਚੁਭਵੇਂ ਬਣਾ ਦਿੰਦੇ ਹਨ। ਹੁਣ ਤਾੜੀਆਂ ਪ੍ਰਸ਼ੰਸਾ ਵਜੋਂ ਹੀ ਨਹੀਂ, ਅਪਮਾਨ ਵਜੋਂ ਵੀ ਮਾਰੀਆਂ ਜਾਂਦੀਆਂ ਹਨ। ਜ਼ਰੂਰੀ ਨਹੀਂ ਕਿ ਤਾੜੀਆਂ ਕਿਸੇ ਪ੍ਰੋਗਰਾਮ ਜਾਂ ਭਾਸ਼ਣ ਦੀ ਪ੍ਰਸ਼ੰਸਾ ਦਾ ਪ੍ਰਗਟਾਵਾ ਕਰਨ। ਭੈੜੇ ਪ੍ਰੋਗਰਾਮ, ਸਮਾਗਮ ਜਾਂ ਭਾਸ਼ਣ ਦੇ ਮੁੱਕ ਜਾਣ ਦੀ ਖੁਸ਼ੀ ਪ੍ਰਗਟਾਉਣ ਲਈ ਵੀ ਤਾੜੀਆਂ ਹੀ ਮਾਰੀਆਂ ਜਾਂਦੀਆਂ ਹਨ। ਕਈ ਲੋਕਾਂ ਨੇ ਕਈ ਕੁੱਤੇ ਪਾਲੇ ਹੁੰਦੇ ਹਨ, ਪਰ ਕਿਸੇ ਦਾ ਅਪਮਾਨ ਕਰਨ ਲਈ ਭੌਂਕਦੇ ਉਹ ਆਪ ਹੀ ਹਨ। ਕਿਹਾ ਜਾਂਦਾ ਹੈ ਕਿ ਵਿਆਹ ਸੰਜੋਗਾਂ ਨਾਲ ਹੁੰਦੇ ਹਨ, ਪਰ ਕਹਿਣ ਵਾਲੇ ਤਾਂ ਹੁਣ ਇਹ ਵੀ ਕਹਿੰਦੇ ਹਨ ਕਿ ਅਜੋਕੇ ਸੰਸਾਰ ਵਿੱਚ ਤਲਾਕ ਵੀ ਸੰਜੋਗਾਂ ਅਤੇ ਚੰਗੇ ਭਾਗਾਂ ਤੋਂ ਬਿਨਾਂ ਨਹੀਂ ਮਿਲਦੇ। ਤਲਾਕ ਦੀ ਇੱਛਾ ਅਪਮਾਨ ਦੀ ਭਾਵਨਾ ਵਿੱਚੋਂ ਉਪਜਦੀ ਹੈ। ਵੇਖਿਆ ਗਿਆ ਹੈ ਕਿ ਤਲਾਕ ਭਾਵੇਂ ਕੋਈ ਧਿਰ ਲਵੇ, ਉਸ ਵਿੱਚ ਵਧੇਰੇ ਨੁਕਸਾਨ ਅਤੇ ਅਪਮਾਨ ਇਸਤਰੀ ਦਾ ਹੀ ਹੁੰਦਾ ਹੈ। ਜਿੱਥੇ ਦੋ ਵਿਅਕਤੀਆਂ ਦੀ ਪ੍ਰਸ਼ੰਸਾ ਹੋਣੀ ਹੋਵੇ, ਉੱਥੇ ਦੋਵੇਂ ਚਾਹੁੰਦੇ ਹਨ ਕਿ ਪ੍ਰਸ਼ੰਸਾ ਤਾਂ ਕੇਵਲ ਉਸ ਦੀ ਹੀ ਹੋਵੇ, ਦੂਜੇ ਦਾ ਭਾਵੇਂ ਅਪਮਾਨ ਹੋ ਜਾਵੇ। ਲਖਨਊ ਦੇ ਨਵਾਬਾਂ ਨੇ ਪਹਿਲੇ ਆਪ ਕਹਿੰਦਿਆਂ ਗੱਡੀ ਲੰਘਾ ਦਿੱਤੀ ਸੀ, ਪਰ ਮਾਲਵੇ ਦੇ ਅਣਖੀਲੇ ਜੱਟ ਪਹਿਲੇ ਮੈਂ ਕਹਿੰਦਿਆਂ ਅਕਸਰ ਗੱਡੀ ਲੰਘਾ ਦਿੰਦੇ ਹਨ। ਭਰਮ ਸੋਹਣੇ ਹੁੰਦੇ ਹਨ, ਸਨਮਾਨ ਵਰਗੇ। ਸੱਚ ਕਰੂਪ ਹੁੰਦਾ ਹੈ, ਅਪਮਾਨ ਵਰਗਾ। ਲਗਭਗ ਹਰ ਸ਼ਿਕਾਇਤ ਕਰਨ ਸਮੇਂ ਅਸੀਂ ਦੂਜੇ ਦੀ ਲਾਪਰਵਾਹੀ ਨੂੰ ਆਧਾਰ ਬਣਾ ਕੇ ਉਸ ਦਾ ਅਪਮਾਨ ਕਰਨਾ ਚਾਹੁੰਦੇ ਹਾਂ। ਹਰ ਮਨੁੱਖ ਵਿੱਚ ਕੁਝ ਗੱਲਾਂ ਨੂੰ ਵਧਾ ਚੜ੍ਹਾ ਕੇ ਆਪਣੀ ਪ੍ਰਸ਼ੰਸਾ ਅਤੇ ਦੂਜਿਆਂ ਦਾ ਅਪਮਾਨ ਕਰਨ ਦੀ ਬਿਰਤੀ ਜਨਮਜਾਤ ਹੁੰਦੀ ਹੈ। ਕਿਸੇ ਦਾ ਝੂਠਾ ਸਨਮਾਨ ਅਤੇ ਸੱਚਾ ਅਪਮਾਨ ਕਰਨ ਦੀ ਬਿਰਤੀ ਕੇਵਲ ਮਨੁੱਖਾਂ ਵਿੱਚ ਹੈ, ਬਾਕੀ ਸਾਰੇ ਜੀਵ ਜੰਤੂ ਇਸ ਰੋਗ ਤੋਂ ਮੁਕਤ ਹਨ। ਸਨਮਾਨ ਕਰਨ ਵਿੱਚ ਅਸੀਂ ਸੁਸਤ ਹੋ ਸਕਦੇ ਹਾਂ, ਪਰ ਚੁਸਤ ਹੋਏ ਬਿਨਾਂ ਅਪਮਾਨ ਨਹੀਂ ਕੀਤਾ ਜਾ ਸਕਦਾ। ਕਿਸੇ ਦਾ ਸਨਮਾਨ ਕਰਨ ਸਮੇਂ ਬਣਾਵਟ ਅਤੇ ਕਿਸੇ ਸਮੱਗਰੀ ਦੀ ਲੋੜ ਪੈਂਦੀ ਹੈ, ਜਦਕਿ ਅਪਮਾਨ ਵਧੇਰੇ ਸ਼ੁੱਧ ਅਤੇ ਸਪਸ਼ਟ ਭਾਵਨਾ ਨਾਲ ਅਤੇ ਬਿਨਾਂ ਕਿਸੇ ਸਮੱਗਰੀ ਨਾਲ ਕੀਤਾ ਜਾ ਸਕਦਾ ਹੈ। ਸਨਮਾਨ, ਅਪਮਾਨ ਦੋਹਾਂ ਵਿੱਚ ਅੱਖਾਂ ਅਤੇ ਕੰਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਗਾਲਾਂ ਅਤੇ ਧਮਕੀਆਂ ਕਿਸੇ ਦਾ ਅਪਮਾਨ ਕਰਨ ਲਈ ਹੀ ਨਹੀਂ, ਸਗੋਂ ਆਪਣੇ ਹੋਏ ਅਪਮਾਨ ਦਾ ਬਦਲਾ ਲੈਣ ਲਈ ਵੀ ਵਰਤੀਆਂ ਜਾਂਦੀਆਂ ਹਨ। ਹਰ ਦੇਸ਼ ਅਤੇ ਹਰ ਸਮਾਜ ਵਿੱਚ ਦੋ ਵਿਅਕਤੀਆਂ ਦੀ ਲੜਾਈ ਤੋਂ ਲੈ ਕੇ ਦੋ ਦੇਸ਼ਾਂ ਦੀ ਜੰਗ ਤੱਕ ਦੇ ਸਾਰੇ ਵਿਚਕਾਰਲੇ ਰੂਪ ਕਿਸੇ ਅਪਮਾਨ ਦਾ ਬਦਲਾ ਲੈਣ ਦੀ ਭਾਵਨਾ ਅਧੀਨ ਅਪਮਾਨ ਦੇ ਉਦੇਸ਼ ਨਾਲ ਹੀ ਸਿਰਜੇ ਜਾਂਦੇ ਹਨ। ਸੰਸਾਰ ਵਿੱਚ ਕੋਈ ਵੀ ਵਿਅਕਤੀ ਅਜਿਹਾ ਨਹੀਂ ਜਿਸ ਦਾ ਅਪਮਾਨ ਨਾ ਹੋਇਆ ਹੋਵੇ। ਇਵੇਂ ਹੀ ਸੰਸਾਰ ਵਿੱਚ ਕੋਈ ਵੀ ਵਿਅਕਤੀ ਅਜਿਹਾ ਵੀ ਨਹੀਂ ਹੋਵੇਗਾ ਜਿਸ ਨੇ ਕਿਸੇ ਦਾ ਅਪਮਾਨ ਨਾ ਕੀਤਾ ਹੋਵੇ। ਜਿਸ ਕੋਲ ਗਵਾਉਣ ਲਈ ਕੁਝ ਵੀ ਨਹੀਂ, ਉਸ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ। ਅਜਿਹੇ ਵਿਅਕਤੀ ਨਾਲ ਝਗੜਨ ਵਿੱਚ ਝਗੜਨ ਵਾਲੇ ਦਾ ਨੁਕਸਾਨ ਹੀ ਹੁੰਦਾ ਹੈ, ਉਸ ਦਾ ਅਪਮਾਨ ਹੀ ਹੋਵੇਗਾ। ਕੋਈ ਵਿਅਕਤੀ ਨਿਰੰਤਰ ਅਪਮਾਨ ਦੀ ਅਵਸਥਾ ਵਿੱਚ ਨਹੀਂ ਵਿਚਰ ਸਕਦਾ, ਸੋ ਕਈ ਅਪਮਾਨ ਆਪ ਅਪਮਾਨ ਦੀ ਅਵਸਥਾ ਵਿੱਚੋਂ ਨਿਕਲਣ ਵਾਸਤੇ ਕੀਤੇ ਜਾਂਦੇ ਹਨ। ਜਿਹੜਾ ਵਿਅਕਤੀ ਆਪ ਪ੍ਰੀਖਿਆ ਵਿੱਚੋਂ ਫੇਲ ਹੋ ਜਾਵੇ, ਉਹ ਵਜ਼ੀਫੇ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਨਹੀਂ ਵੇਖਦਾ। ਉਹ ਗਿਣਦਾ ਹੈ ਕਿ ਉਸ ਦੇ ਹੋਰ ਕਿਹੜੇ ਜਮਾਤੀ ਫੇਲ ਹੋ ਗਏ ਹਨ। ਭਾਵੇਂ ਹਰ ਦੇਸ਼, ਹਰ ਸਮਾਜ, ਹਰ ਜਾਤ, ਕਬੀਲੇ ਆਦਿ ਵਿੱਚ ਅਪਮਾਨ ਕਰਨ ਦੀ ਅਤੇ ਅਪਮਾਨਿਤ ਹੋਣ ਦੇ ਢੰਗ ਤਰੀਕੇ, ਜੁਗਤਾਂ, ਵਿਧੀਆਂ ਅਤੇ ਅਵਸਰ ਮੌਕੇ ਵੱਖਰੇ ਹਨ, ਪਰ ਕਈ ਤਰੀਕੇ ਅਤੇ ਜੁਗਤਾਂ ਅਜਿਹੀਆਂ ਵੀ ਹਨ ਜਿਹੜੀਆਂ ਸਾਰੀ ਮਾਨਵ ਜਾਤੀ ਦੀਆਂ ਸਾਂਝੀਆਂ ਹੁੰਦੀਆਂ ਹਨ। ਕਿਸੇ ਦਾ ਅਪਮਾਨ ਕਰਨ ਲਈ ਮੁੱਖ ਤੌਰ ਉੱਤੇ ਦੋ ਸਾਧਨ ਵਰਤੇ ਜਾਂਦੇ ਹਨ: ਸ਼ਬਦ ਅਤੇ ਸਰੀਰਕ ਹਰਕਤਾਂ। ਸਰੀਰਕ ਹਰਕਤਾਂ ਵਾਲਾ ਖੇਤਰ ਪੁਰਾਣਾ ਹੀ ਨਹੀਂ, ਵਿਸ਼ਵ ਵਿਆਪੀ ਵੀ ਹੈ ਅਤੇ ਇਸ ਖੇਤਰ ਵਿੱਚ ਬਹੁਤੀਆਂ ਤਬਦੀਲੀਆਂ ਨਹੀਂ ਵਾਪਰੀਆਂ। ਜਦੋਂ ਕਿਸੇ ਦੂਜੇ ਪ੍ਰਤੀ ਭੈੜਾ ਅਤੇ ਅਪਮਾਨਜਨਕ ਵਿਹਾਰ ਕਰਨ ਦੀ ਲੋੜ ਹੋਵੇ ਤਾਂ ਕੋਈ ਵੀ ਜੀਵ ਜੰਤੂ ਮਨੁੱਖ ਦਾ ਮੁਕਾਬਲਾ ਨਹੀਂ ਕਰ ਸਕਦਾ।
ਕਿਸੇ ਪ੍ਰਤੀ ਆਪਣੀ ਨਫ਼ਰਤ, ਗੁੱਸਾ, ਅਪਰਵਾਨਗੀ ਜਾਂ ਅਪਮਾਨ ਦੀ ਭਾਵਨਾ ਪ੍ਰਗਟਾਉਣ ਦੀਆਂ ਮਨੁੱਖ ਕੋਲ ਅਣਗਿਣਤ ਵਿਧੀਆਂ ਹਨ ਅਤੇ ਹਰ ਵਿਧੀ ਅੰਦਰ ਕਈ ਵੰਨਗੀਆਂ ਹਨ। ਮਨੁੱਖ ਆਪਣਾ ਮੂੰਹ ਖੋਲ੍ਹਣ ਤੋਂ ਬਿਨਾਂ ਵੀ ਕਿਸੇ ਦਾ ਅਪਮਾਨ ਕਰ ਸਕਦਾ ਹੈ। ਜਦੋਂ ਅਪਮਾਨਜਨਕ ਹਰਕਤਾਂ ਅਤੇ ਅਪਮਾਨ ਭਰੇ ਸ਼ਬਦਾਂ ਦਾ ਸੁਮੇਲ ਹੋ ਜਾਵੇ ਤਾਂ ਲੋਹੇ ਤੇ ਗੋਹੇ ਵਰਗਾ ਪ੍ਰਭਾਵ ਉਪਜਦਾ ਹੈ। ਸੋਨੇ ਤੇ ਸੁਹਾਗੇ ਦਾ ਪ੍ਰਭਾਵ ਤਾਂ ਤੁਸੀਂ ਜਾਣਦੇ ਹੀ ਹੋ, ਪਰ ਲੋਹੇ ਤੇ ਗੋਹੇ ਦਾ ਪ੍ਰਭਾਵ ਵੀ ਨਵਾਂ ਨਹੀਂ ਪੁਰਾਣਾ ਹੈ। ਸੁਹਾਗਾ ਸੋਨੇ ਨੂੰ ਲਿਸ਼ਕਾ ਦਿੰਦਾ ਹੈ, ਗੋਹਾ ਲੋਹੇ ਨੂੰ ਗਾਲ ਦਿੰਦਾ ਹੈ। ਇਸ ਗਾਲ ਦੇਣ ਦੀ ਯੋਗਤਾ ਤੋਂ ਹੀ ਗਾਲ ਦੀ ਉਤਪੱਤੀ ਹੋਈ ਹੈ। ਲਗਭਗ ਹਰ ਇੱਕ ਸਰੀਰਕ ਹਰਕਤ ਨੂੰ ਵਿਗਾੜ ਕੇ ਕਿਸੇ ਦਾ ਅਪਮਾਨ ਕੀਤਾ ਜਾ ਸਕਦਾ ਹੈ। ਸਨਮਾਨ ਅਤੇ ਅਪਮਾਨ ਵਿੱਚ ਸਰੀਰਕ ਹਰਕਤ ਲਗਭਗ ਉਹੀ ਹੁੰਦੀ ਹੈ, ਪਰ ਸੰਦਰਭ ਵੱਖਰਾ ਹੁੰਦਾ ਹੈ। ਗਲਤ ਸਮੇਂ ਜਾਂ ਗਲਤ ਥਾਂ 'ਤੇ ਸਨਮਾਨ ਵਾਲੀ ਹਰਕਤ ਵੀ ਅਪਮਾਨ ਹੋ ਨਿਬੜਦੀ ਹੈ। ਕੁਝ ਹਰਕਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਹਰ ਸਥਿਤੀ ਵਿੱਚ ਅਪਮਾਨਜਨਕ ਹੀ ਹੁੰਦੀਆਂ ਹਨ, ਜਿਵੇਂ ਕਿਸੇ ਨਾਲ ਤਲਖੀ ਨਾਲ ਬੋਲਣਾ, ਨਕਲ ਉਤਾਰਨਾ, ਜਾਣ ਬੁੱਝ ਕੇ ਕਿਸੇ ਦੀ ਇੱਛਾ ਦੀ ਅਵਗਿਆ ਕਰਨੀ, ਧਮਕੀ ਦੇਣਾ, ਛੇੜਨਾ, ਝਿੜਕਣਾ ਅਤੇ ਖੁਆਰ ਕਰਨਾ ਜਾਂ ਮਾਣ ਤੋੜਨਾ। ਅਪਮਾਨ ਕਰਨ ਦਾ ਵਿਹਾਰ ਨਿੱਕੀਆਂ ਨਿੱਕੀਆਂ ਹਰਕਤਾਂ ਤੋਂ ਆਰੰਭ ਹੋ ਕੇ ਸਰੀਰਕ ਹਮਲੇ ਤੱਕ ਫੈਲਿਆ ਹੋਇਆ ਹੈ। ਬੋਲਣ ਸਮੇਂ ਦੰਦ ਵਧੇਰੇ ਨੰਗੇ ਕਰਨਾ, ਚਿਹਰਾ ਵਿਗਾੜ ਕੇ ਬੋਲਣਾ, ਕਿਸੇ ਨੂੰ ਕਿਸੇ ਸੁਸਤ ਜਾਂ ਗੰਦੇ ਜਾਨਵਰ ਨਾਲ ਤੁਲਨਾ ਦੇਣੀ, ਬੋਲਣ ਸਮੇਂ ਆਪਣੀਆਂ ਬਾਹਾਂ ਅਤੇ ਹੱਥਾਂ ਨੂੰ ਵਧੇਰੇ ਹਿਲਾਉਣਾ ਅਤੇ ਅੰਗੂਠੇ ਵੱਲੋਂ ਪਹਿਲੀ ਉਂਗਲ ਉੱਚੀ ਕਰਕੇ ਬੋਲਣਾ ਆਦਿ ਅਪਮਾਨਜਨਕ ਵਿਹਾਰ ਦੇ ਹੋਰ ਪ੍ਰਮਾਣ ਹਨ। ਕਿਸੇ ਦੂਜੇ ਸਮਾਜ ਵਿੱਚੋਂ ਆਏ ਵਿਅਕਤੀ ਨੂੰ ਕਈ ਵਾਰੀ ਸਮਝ ਨਹੀਂ ਪੈਂਦੀ ਕਿ ਦੂਜਿਆਂ ਵੱਲੋਂ ਉਸ ਨਾਲ ਕੀਤੀਆਂ ਜਾ ਰਹੀਆਂ ਹਰਕਤਾਂ ਸਨਮਾਨ ਹਨ ਜਾਂ ਅਪਮਾਨ। ਕਈ ਵਾਰੀ ਦੂਜੇ ਸਮਾਜ ਵਿੱਚ ਅਸੀਂ ਅਣਜਾਣੇ ਹੀ ਕੁਝ ਅਜਿਹਾ ਕਰਦੇ ਹਾਂ ਜਿਸ ਨਾਲ ਦੂਜੇ ਅਪਮਾਨਿਤ ਅਨੁਭਵ ਕਰਦੇ ਹਨ। ਕਿਸੇ ਵਿੱਚ ਦਿਲਚਸਪੀ ਲੈਣੀ ਅਚਾਨਕ ਬੰਦ ਕਰ ਦੇਣੀ ਉਸ ਪ੍ਰਤੀ ਅਪਮਾਨ ਦਾ ਪ੍ਰਗਟਾਵਾ ਹੁੰਦੀ ਹੈ। ਜਦੋਂ ਕਿਸੇ ਵਿੱਚ ਦਿਲਚਸਪੀ ਲੈਣੀ ਅਚਾਨਕ ਬੰਦ ਕਰ ਦਿੱਤੀ ਜਾਵੇ ਤਾਂ ਉਹ ਵਿਅਕਤੀ ਘਬਰਾ ਜਾਂਦਾ ਹੈ ਅਤੇ ਅਪਮਾਨਿਤ ਅਨੁਭਵ ਕਰਦਾ ਹੈ। ਜਦੋਂ ਆਪਣੀ ਪਤਨੀ ਨੂੰ ਤੰਗ ਕਰਨ ਵਾਲਾ ਜਵਾਈ ਆਪਣੇ ਸਹੁਰੇ ਜਾਵੇ ਅਤੇ ਕੋਈ ਉਸ ਵੱਲ ਧਿਆਨ ਨਾ ਦੇਵੇ ਤਾਂ ਉਸ ਨੂੰ ਅਜਿਹੇ ਵਿਹਾਰ ਨੂੰ ਅਪਮਾਨ ਸਮਝਣ ਵਿੱਚ ਦੇਰ ਨਹੀਂ ਲੱਗਦੀ। ਜਦੋਂ ਕੋਈ ਵਿਅਕਤੀ ਦਿਲਚਸਪੀ ਨਾ ਲੈ ਜਾਣ ਦੇ ਬਾਵਜੂਦ ਅਪਮਾਨਿਤ ਅਨੁਭਵ ਨਾ ਕਰੇ ਤਾਂ ਅਗਲਾ ਹਥਿਆਰ ਉਸ ਉੱਤੇ ਹੱਸਣ ਦਾ ਵਰਤਿਆ ਜਾਂਦਾ ਹੈ। ਅਪਮਾਨਜਨਕ ਹਾਸਾ ਪ੍ਰਵਾਨਗੀ ਦੇ ਹਾਸੇ ਨਾਲੋਂ ਵੱਖਰਾ ਹੁੰਦਾ ਹੈ ਅਤੇ ਇਸ ਦੀ ਆਵਾਜ਼ ਵੀ ਵੱਖਰੀ ਭਾਂਤ ਦੀ ਹੁੰਦੀ ਹੈ। ਜੇ ਇਵੇਂ ਹੀ ਅਪਮਾਨ ਕਰਨ ਵਿੱਚ ਸਫਲਤਾ ਨਾ ਮਿਲੇ ਤਾਂ ਸਰੀਰਕ ਹੱਥੋਂ-ਪਾਈ ਦੀ ਸਥਿਤੀ ਉਪਜਦੀ ਹੈ। ਭਾਵੇਂ ਅਪਮਾਨ ਕਰਨ ਦਾ ਯਤਨ ਇਹਨਾਂ ਪੜਾਵਾਂ ਵਿੱਚੋਂ ਤਰਤੀਬ ਅਨੁਸਾਰ ਨਾ ਵੀ ਲੰਘੇ, ਪਰ ਤਾਂ ਵੀ ਇਹ ਪ੍ਰਭਾਵ ਜ਼ਰੂਰ ਉਘਾੜਿਆ ਜਾਂਦਾ ਹੈ ਕਿ ਸਾਨੂੰ ਤੇਰੀ ਪਰਵਾਹ ਨਹੀਂ। ਅਜਿਹੇ ਅਪਮਾਨ ਕਰਨ ਵਾਲੇ ਸੰਕੇਤ ਦੇਣ ਲਈ ਅਤੇ ਆਪਣੀ ਨਾਰਾਜ਼ਗੀ ਪ੍ਰਗਟਾਉਣ ਲਈ ਅਸੀਂ ਘੱਟ ਹੱਸਦੇ ਹਾਂ, ਘੱਟ ਬੋਲਦੇ ਹਾਂ, ਘੱਟ ਅੱਖਾਂ ਮਿਲਾਉਂਦੇ ਹਾਂ, ਵਧੇਰੇ ਸੁੰਗੜ ਕੇ ਬੈਠਦੇ ਹਾਂ ਅਤੇ ਕਿਧਰੇ ਦੂਰ ਵੇਖਣ ਦਾ ਯਤਨ ਕਰਦੇ ਹਾਂ। ਕਿਸੇ ਨੂੰ ਵੇਖ ਕੇ ਅਣਡਿੱਠ ਕਰ ਦੇਣਾ ਜਾਂ ਵੇਖ ਕੇ ਮੂੰਹ ਭੁਆ ਲੈਣਾ ਉਸ ਨੂੰ ਜਿਉਂਦਿਆਂ ਵਿੱਚ ਨਾ ਗਿਣਨ ਬਰਾਬਰ ਹੁੰਦਾ ਹੈ। ਕਿਸੇ ਦੀ ਨਮਸਕਾਰ ਜਾਂ ਸਲਾਮ ਦਾ ਜਵਾਬ ਨਾ ਦੇਣਾ ਵੀ ਅਜਿਹਾ ਹੀ ਵਰਤਾਰਾ ਹੈ। ਮਿਲਾਉਣ ਲਈ ਵਧੇ ਹੱਥ ਵੱਲ ਧਿਆਨ ਨਾ ਦੇਣਾ, ਕਿਸੇ ਦੇ ਬੂਹਿਓਂ ਬਾਹਰ ਨਿਕਲਦਿਆਂ ਹੀ ਦਰਵਾਜ਼ਾ ਜ਼ੋਰ ਦੀ ਬੰਦ ਕਰਨਾ, ਉਸ ਦੇ ਜਾਣ ਲੱਗਿਆਂ ਉਸ ਦੀ ਹਾਜ਼ਰੀ ਵਿੱਚ ਹੀ ਬੱਤੀ ਬੁਝਾ ਦੇਣੀ ਜਾਂ ਪੱਖਾ ਬੰਦ ਕਰ ਦੇਣਾ, ਕਿਸੇ ਨੂੰ ਘਰ ਦੇ ਅੰਦਰ ਆਉਣ ਲਈ ਨਾ ਕਹਿਣਾ ਅਤੇ ਕਿਸੇ ਦੇ ਅੰਦਰ ਆਉਣ ਉੱਤੇ ਘੱਟ ਰੌਸ਼ਨੀ ਕਰਨੀ, ਕਿਸੇ ਦੀ ਗੱਲ ਸੁਣਦਿਆਂ ਕੁਝ ਹੋਰ ਕਰਨ ਲੱਗ ਪੈਣਾ ਅਤੇ ਵਧੇਰੇ ਸਿਰ ਚੁੱਕ ਕੇ ਅਕੇਵੇਂ ਨਾਲ ਉਸ ਵੱਲ ਵੇਖਣਾ ਆਦਿ ਵੀ ਅਪਮਾਨ ਕਰਨ ਦੇ ਪ੍ਰਤੱਖ ਢੰਗ ਹਨ। ਕਿਸੇ ਦੀ ਹਾਜ਼ਰੀ ਵਿੱਚ ਉਕਤਾ ਜਾਣਾ ਅਤੇ ਖੁੱਲ੍ਹ ਕੇ ਉਬਾਸੀ ਲੈਣੀ, ਬੇਆਰਾਮੀ ਅਨੁਭਵ ਕਰਨੀ ਅਤੇ ਆਪਣੀ ਕੁਰਸੀ ਵਿੱਚ ਪਲਸੇਟੇ ਮਾਰਨੇ, ਹੌਕਿਆਂ ਵਰਗੇ ਲੰਮੇ ਸਾਹ ਲੈਣੇ, ਕਿਸੇ ਨਿਗੂਣੀ ਚੀਜ਼ ਵੱਲ ਧਿਆਨ ਦੇਣ ਲੱਗ ਪੈਣਾ ਜਾਂ ਮੁੜ-ਮੁੜ ਆਪਣੀ ਘੜੀ ਵੱਲ ਵੇਖਣਾ, ਬੇਚੈਨੀ ਪ੍ਰਗਟਾਉਣੀ, ਕਿਸੇ ਹੋਰ ਥਾਂ ਸਮੇਂ ਸਿਰ ਪਹੁੰਚਣ ਦੀ ਚਿੰਤਾ ਦਾ ਝੂਠਾ ਪ੍ਰਗਟਾਵਾ ਕਰਨਾ ਜਾਂ ਆਪਣੇ ਹੱਥਾਂ ਨੂੰ ਆਪਣੀਆਂ ਅੱਖਾਂ ਉੱਤੇ ਇਵੇਂ ਰੱਖਣਾ ਜਿਵੇਂ ਸਿਰ ਦੁਖ ਰਿਹਾ ਹੋਵੇ, ਜਾਂ ਅੱਖਾਂ ਢੱਕ ਕੇ ਸੌਣ ਦਾ ਯਤਨ ਕਰਨਾ ਜਾਂ ਕਿਸੇ ਦੇ ਨੇੜੇ ਬੈਠਣ ਦਾ ਪਛਤਾਵਾ ਪ੍ਰਗਟਾਉਣਾ ਵੀ ਅਪਮਾਨ ਦੀਆਂ ਹੀ ਵਿਧੀਆਂ ਹਨ। ਤੁਸੀਂ ਵੇਖਿਆ ਹੋਵੇਗਾ ਕਿ ਕਈ ਲੋਕ ਕਿਸੇ ਥਾਂ ਬੈਠੇ ਅਚਾਨਕ ਜ਼ਮੀਨ ਨਾਲ ਪੈਰ ਥਪਥਪਾਉਣ ਲੱਗ ਪੈਂਦੇ ਹਨ। ਉਹ ਵਾਸਤਵ ਵਿੱਚ ਉੱਥੋਂ ਦੌੜ ਜਾਣ ਦਾ ਅਭਿਆਸ ਕਰ ਰਹੇ ਹੁੰਦੇ ਹਨ।
ਪੈਰ ਥਪਥਪਾਉਣ ਦੀ ਰਫ਼ਤਾਰ ਜਿਤਨੀ ਵਧੇਰੇ ਹੋਵੇਗੀ, ਉਤਨੀ ਹੀ ਉਸ ਵਿਅਕਤੀ ਵਿੱਚ ਉੱਥੋਂ ਦੌੜ ਜਾਣ ਦੀ ਇੱਛਾ ਵਧੇਰੇ ਹੋਵੇਗੀ। ਦੌੜ ਨਾ ਸਕਣ ਦੀ ਮਜਬੂਰੀ ਉਸ ਬੰਦੇ ਦੇ ਚਿਹਰੇ ਦੇ ਉਤਸ਼ਾਹ ਨੂੰ ਮਾਰ ਦਿੰਦੀ ਹੈ ਅਤੇ ਉਸ ਦੀ ਸੁੰਦਰਤਾ ਨੂੰ ਵਿਗਾੜ ਦਿੰਦੀ ਹੈ। ਅਜਿਹਾ ਵਿਅਕਤੀ ਇਵੇਂ ਬੈਠਦਾ ਹੈ ਜਿਵੇਂ ਉਸਨੇ ਬਹੁਤ ਵੱਡਾ ਭਾਰ ਚੁੱਕਿਆ ਹੋਵੇ। ਉਪਰਾਮਤਾ ਦਾ ਇਹ ਪ੍ਰਗਟਾਵਾ ਆਮ ਤੌਰ 'ਤੇ ਉਸ ਥਾਂ 'ਤੇ ਪ੍ਰਗਟਾਇਆ ਜਾਂਦਾ ਹੈ ਜਿੱਥੇ ਪ੍ਰੋਗਰਾਮ ਦਿੱਤੇ ਸਮੇਂ ਤੋਂ ਬਹੁਤ ਅਧਿਕ ਲਮਕ ਜਾਵੇ। ਅਜਿਹੀ ਉਕਤਾਹਟ ਅਪਮਾਨਿਤ ਅਨੁਭਵ ਕਰਨ ਦੀ ਬਿਰਤੀ ਨੂੰ ਜਗਾਉਂਦੀ ਹੈ। ਉਂਝ ਤਾਂ ਹਰ ਵਿਅਕਤੀ ਹੀ ਜੋ ਕੁਝ ਉਹ ਹੁੰਦਾ ਹੈ ਉਸ ਨਾਲੋਂ ਉਚੇਰਾ ਪ੍ਰਤੀਤ ਹੋਣ ਦਾ ਯਤਨ ਕਰਦਾ ਹੈ, ਪਰ ਕਈ ਵਿਅਕਤੀਆਂ ਵਿੱਚ ਇਹ ਰੁਚੀ ਪ੍ਰਤੱਖ ਤੌਰ 'ਤੇ ਵਧੇਰੇ ਹੁੰਦੀ ਹੈ। ਅਜਿਹੇ ਲੋਕ ਵਧੇਰੇ ਸਾਜ ਸਜਾਵਟ ਕਰਦੇ ਹਨ, ਵਧੇਰੇ ਮਹਿੰਗੇ ਕੱਪੜੇ ਪਾਉਂਦੇ ਹਨ ਅਤੇ ਵਧੇਰੇ ਪ੍ਰਭਾਵ ਪਾਉਣ ਲਈ ਵੱਖਰੇ ਢੰਗ ਨਾਲ ਵੇਖਦੇ ਵਿਚਰਦੇ ਹਨ। ਗੁਮਾਨ ਨਾਲ ਭਰੇ ਹੋਏ ਅਜਿਹੇ ਲੋਕ ਹਰ ਕਿਸੇ ਨੂੰ ਵੇਖਦੇ ਅਪਮਾਨ ਦੀ ਦ੍ਰਿਸ਼ਟੀ ਨਾਲ ਹਨ, ਭਾਵ ਉਹਨਾਂ ਨੂੰ ਇਸ ਯੋਗ ਨਹੀਂ ਸਮਝਦੇ ਕਿ ਉਹਨਾਂ ਨੂੰ ਬੁਲਾਇਆ ਜਾਵੇ ਜਾਂ ਉਹਨਾਂ ਵੱਲ ਧਿਆਨ ਦਿੱਤਾ ਜਾਵੇ। ਅਜਿਹੇ ਲੋਕ ਨਿਰਸੰਦੇਹ ਦੂਜਿਆਂ ਨੂੰ ਅਪਮਾਨ ਭਰੀ ਲਾਪਰਵਾਹੀ ਨਾਲ ਵੇਖ ਕੇ ਅਣਵੇਖਿਆ ਕਰਦੇ ਹਨ, ਪਰ ਉਹ ਨਹੀਂ ਜਾਣਦੇ ਕਿ ਦੂਜੇ ਵੀ ਉਹਨਾਂ ਨੂੰ ਅਪਮਾਨ ਭਰੀ ਘ੍ਰਿਣਾ ਨਾਲ ਵੇਖਦੇ ਹਨ। ਗੁਮਾਨ ਨਾਲ ਭਰੇ ਲੋਕ ਬੈਠਣ ਸਮੇਂ ਆਪਣਾ ਸਿਰ ਅਜਿਹੇ ਢੰਗ ਨਾਲ ਪਿੱਛੇ ਵੱਲ ਕਰਦੇ ਹਨ ਕਿ ਉਹਨਾਂ ਦਾ ਨੱਕ ਹੋਰ ਉੱਭਰ ਆਵੇ। ਸਾਡੇ ਸਧਾਰਨ ਸਮਾਜਿਕ ਵਿਵਹਾਰ ਵਿੱਚ ਵੀ ਉੱਚੀ ਪਦਵੀ ਵਾਲਾ ਵਿਅਕਤੀ ਵਧੇਰੇ ਸਿੱਧਾ ਹੋ ਕੇ, ਅਰਥਾਤ ਆਪਣਾ ਸਿਰ ਉੱਚਾ ਕਰਕੇ, ਅਤੇ ਨੀਵੀਂ ਪਦਵੀ 'ਤੇ ਲੱਗਾ ਵਿਅਕਤੀ ਉਸ ਦੇ ਸਾਹਮਣੇ ਆਪਣਾ ਸਿਰ ਥੋੜ੍ਹਾ ਨੀਵਾਂ ਕਰਕੇ ਬੈਠਦਾ ਅਤੇ ਚੱਲਦਾ ਹੈ। ਦਫ਼ਤਰੀ ਮਾਹੌਲ ਅਤੇ ਸਮੇਂ ਤੋਂ ਬਾਹਰ ਬਹੁਤੇ ਵਿਅਕਤੀ ਚਾਹੁੰਦੇ ਹਨ ਕਿ ਸਾਰੇ ਬਰਾਬਰੀ ਦੇ ਆਧਾਰ 'ਤੇ ਵਿਚਰਨ, ਪਰ ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਹਰ ਥਾਂ ਗੁਮਾਨ ਵਿੱਚ ਵਿਚਰਨਾ ਚਾਹੁੰਦੇ ਹਨ। ਜਦੋਂ ਅਜਿਹੇ ਕਿਸੇ ਵਿਅਕਤੀ ਦਾ ਅਪਮਾਨ ਕਰਨਾ ਹੋਵੇ ਤਾਂ ਅਪਮਾਨ ਕਰਨ ਵਾਲਾ ਉਸ ਸਾਹਮਣੇ ਉਸ ਵਾਂਗ ਹੀ ਸਿਰ ਉੱਚਾ ਕਰਕੇ ਚੱਲਦਾ ਹੈ। ਅਣਜਾਣ ਵਿਅਕਤੀ ਆਮ ਕਰਕੇ ਨਾ ਕਿਸੇ ਦਾ ਅਪਮਾਨ ਕਰਦਾ ਹੈ ਅਤੇ ਨਾ ਹੀ ਉਸ ਦਾ ਅਪਮਾਨ ਸਮਝਿਆ ਜਾਂਦਾ ਹੈ। ਅਪਮਾਨ ਕਿਸੇ ਜਾਣੂ ਵਿਅਕਤੀ ਵੱਲੋਂ ਹੀ ਕੀਤਾ ਜਾਂਦਾ ਹੈ। ਅਜਿਹੇ ਵਿਅਕਤੀ ਦੇ ਸਧਾਰਨ ਵਿਹਾਰ ਅਤੇ ਉਸ ਦੇ ਅਪਮਾਨ ਕਰਨ ਵਾਲੇ ਵਿਹਾਰ ਨੂੰ ਧਿਆਨ ਵਿੱਚ ਰੱਖ ਕੇ ਹੀ ਅਪਮਾਨ ਉਪਰੰਤ ਉਸ ਨਾਲ ਨਜਿੱਠਿਆ ਜਾਂਦਾ ਹੈ। ਜੇ ਕਿਸੇ ਦਾ ਸਧਾਰਨ ਵਿਹਾਰ ਸਦਭਾਵਨਾ ਵਾਲਾ ਹੋਵੇ ਤਾਂ ਅਪਮਾਨਜਨਕ ਵਿਹਾਰ ਉਪਰੰਤ ਉਸ ਵੱਲੋਂ ਆਪਣੀ ਗਲਤੀ ਸਵੀਕਾਰ ਕਰਨ ਉੱਤੇ ਉਸ ਨੂੰ ਮਾਫ਼ ਕਰ ਦਿੱਤਾ ਜਾਂਦਾ ਹੈ। ਪਰ ਜੇ ਉਸ ਦਾ ਪਹਿਲੇ ਵਾਲਾ ਸਧਾਰਨ ਵਿਹਾਰ ਵੀ ਅਪਮਾਨਜਨਕ ਹੀ ਰਿਹਾ ਹੋਵੇ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਲਗਭਗ ਹਰ ਕਿਸੇ ਦੀ ਜਾਣ ਪਛਾਣ ਵਿੱਚ ਅਤੇ ਅਕਸਰ ਹਰ ਪਰਿਵਾਰ ਵਿੱਚ ਕੋਈ ਨਾ ਕੋਈ ਵਿਅਕਤੀ ਅਜਿਹਾ ਹੁੰਦਾ ਹੈ ਜਿਹੜਾ ਤੇਜ਼ਾਬੀ ਬੋਲ ਬੋਲਦਾ ਹੈ, ਕਾਟਵੀਂ ਗੱਲ ਕਰਦਾ ਹੈ, ਦੂਜਿਆਂ ਨੂੰ ਟਿੱਚ ਸਮਝਦਾ ਹੈ ਅਤੇ ਹਰ ਇੱਕ ਗੱਲ ਵਿੱਚ ਦੋਸ਼ ਲੱਭਦਾ ਹੈ। ਅਜਿਹੇ ਵਿਅਕਤੀ ਅੰਤਾਂ ਦੇ ਇਕੱਲੇ ਹੁੰਦੇ ਹਨ। ਇਹਨਾਂ ਦੇ ਚਿਹਰੇ ਉੱਤੇ ਅਜਿਹਾ ਪ੍ਰਭਾਵ ਹੁੰਦਾ ਹੈ ਜਿਵੇਂ ਕਿਸੇ ਚੀਜ਼ ਦੀ ਬਦਬੂ ਤੋਂ ਪਰੇਸ਼ਾਨ ਹੋਣ। ਇਹ ਵਿਅਕਤੀ ਜਿਸ ਨਾਲ ਵੀ ਬੋਲਦੇ ਹਨ ਉਸ ਦਾ ਅਪਮਾਨ ਕਰਦੇ ਹਨ। ਇਹ ਨਾ ਆਪ ਆਰਾਮ ਕਰਦੇ ਹਨ, ਨਾ ਕਰ ਸਕਦੇ ਹਨ, ਨਾ ਕਿਸੇ ਨੂੰ ਕਰਨ ਦਿੰਦੇ ਹਨ। ਇਹਨਾਂ ਦੀ ਪਿੱਠ ਪਿੱਛੇ ਲੋਕ ਹੱਸਦੇ ਹਨ ਅਤੇ ਸਾਹਮਣੇ ਹੋਣ ਉੱਤੇ ਨਫ਼ਰਤ ਕਾਰਨ ਚੁੱਪ ਹੀ ਰਹਿੰਦੇ ਹਨ ਅਤੇ ਇੱਕ ਦੂਜੇ ਨੂੰ ਕਹਿੰਦੇ ਹਨ ਕਿ ਉਸ ਦੀਆਂ ਗੱਲਾਂ 'ਤੇ ਕੀ ਗੁੱਸਾ ਕਰਨਾ, ਉਹ ਤਾਂ ਹੈ ਹੀ ਪਾਗਲ। ਅਜਿਹੇ ਲੋਕਾਂ ਨੂੰ ਉਹਨਾਂ ਦੇ ਜਾਣਨ ਵਾਲੇ ਸਾਂਝੀ ਪਰੇਸ਼ਾਨੀ ਵਜੋਂ ਝੱਲਦੇ ਹਨ ਅਤੇ ਉਹਨਾਂ ਦੀਆਂ ਅਨੇਕਾਂ ਕਹਾਣੀਆਂ ਸੁਣਾ ਕੇ ਆਪਣਾ ਗੁਆਚਿਆ ਸੰਤੁਲਨ ਮੁੜ ਪ੍ਰਾਪਤ ਕਰਦੇ ਹਨ ਅਤੇ ਜੀਵਨ ਨੂੰ ਸਹਿਣਯੋਗ ਬਣਾਉਂਦੇ ਹਨ। ਕਿਸੇ ਨਾਲ ਹੱਸਣਾ ਸਨਮਾਨ ਅਤੇ ਸਹਿਮਤ ਹੋਣ ਦਾ ਸੂਚਕ ਹੁੰਦਾ ਹੈ, ਜਦ ਕਿ ਕਿਸੇ ਉੱਤੇ ਹੱਸਣਾ ਉਸ ਪ੍ਰਤੀ ਅਪਮਾਨ ਦਾ ਪ੍ਰਗਟਾਵਾ ਹੁੰਦਾ ਹੈ। ਜਦੋਂ ਮਾਂ ਬੱਚੇ ਦੀਆਂ ਕੁੱਤ-ਕੁਤਾੜੀਆਂ ਕੱਢਦੀ ਹੈ ਤਾਂ ਬੱਚਾ ਔਖ ਮਨਾਉਂਦਾ ਹੈ, ਪਰ ਇਹ ਕਾਰਜ ਮਾਂ ਵੱਲੋਂ ਕੀਤੇ ਜਾਣ ਕਾਰਨ ਉਹ ਪ੍ਰਸੰਨ ਵੀ ਹੁੰਦਾ ਹੈ ਅਤੇ ਮਾਂ ਦੇ ਅਜਿਹੇ ਵਿਹਾਰ ਦੀ ਖਿੜਖਿੜਾ ਕੇ ਹੱਸਣ ਨਾਲ ਪ੍ਰਵਾਨਗੀ ਦਿੰਦਾ ਹੈ। ਜਿਸ ਨੂੰ ਧਮਕੀ ਦਿੱਤੀ ਜਾਂਦੀ ਹੈ ਉਸ ਨੂੰ ਧਮਕੀ ਦੇਣ ਯੋਗ ਸਮਝਣਾ ਉਸ ਦੀ ਹੋਂਦ ਨੂੰ ਸਵੀਕਾਰਨ ਦਾ ਹੀ ਪ੍ਰਗਟਾਵਾ ਹੁੰਦਾ ਹੈ। ਪਰ ਜਦੋਂ ਕਿਸੇ ਉੱਤੇ ਹੱਸਿਆ ਜਾਵੇ ਤਾਂ ਇਹ ਪ੍ਰਭਾਵ ਉਸਾਰਿਆ ਜਾਂਦਾ ਹੈ ਕਿ ਅਸੀਂ ਤੈਨੂੰ ਨਾ ਗਾਲ ਦੇਣ ਦੇ ਯੋਗ ਸਮਝਦੇ ਹਾਂ, ਨਾ ਹੀ ਧਮਕੀ ਦੇਣ ਦੇ ਯੋਗ ਸਮਝਦੇ ਹਾਂ, ਅਰਥਾਤ ਅਸੀਂ ਤੈਨੂੰ ਕਿਸੇ ਗਿਣਤੀ ਵਿੱਚ ਨਹੀਂ ਗਿਣਦੇ। ਜਦੋਂ ਕਿਸੇ ਲਈ ਪਾਗਲ, ਬੁੱਧੂ, ਬਗਲੂਲ ਜਾਂ ਮੂਰਖ ਆਦਿ ਵਿਸ਼ੇਸ਼ਣ ਵਰਤੇ ਜਾਂਦੇ ਹਨ ਤਾਂ ਵੀ ਇਹੀ ਕਿਹਾ ਜਾ ਰਿਹਾ ਹੁੰਦਾ ਹੈ ਕਿ ਤੂੰ ਸਾਡੇ ਧਿਆਨ ਦੇ ਯੋਗ ਨਹੀਂ ਜਾਂ ਅਸੀਂ ਤੇਰੀ ਪਰਵਾਹ ਨਹੀਂ ਕਰਦੇ। ਕਿਸੇ ਦਾ ਅਪਮਾਨ ਕਰਨ ਲਈ ਸੁਸਤ, ਗੰਦੇ, ਮੋਟੇ, ਭੱਦੇ, ਕਰੂਪ ਆਦਿ ਜਾਨਵਰ ਵੀ ਸਾਡੀ ਮਦਦ ਕਰਦੇ ਹਨ।
ਕੁੱਤੇ ਦਾ ਭੌਂਕਣਾ, ਖੋਤੇ ਦੇ ਲੰਮੇ ਕੰਨ ਅਤੇ ਉਸ ਦਾ ਹਿਣਕਣਾ, ਖੱਚਰ ਦਾ ਬਾਂਝ ਹੋਣਾ ਅਤੇ ਉਸ ਦਾ ਅੜੀਅਲ ਸੁਭਾਅ, ਮੱਝ ਹਾਥੀ ਆਦਿ ਦੇ ਭਾਰੇ ਹੋਣਾ, ਲੂੰਬੜ ਦਾ ਚਲਾਕ ਹੋਣਾ ਆਦਿ ਵਿਸ਼ੇਸ਼ਣ ਅਸੀਂ ਜਦੋਂ ਕਿਸੇ ਵਿਅਕਤੀ ਉੱਤੇ ਥੱਪਦੇ ਹਾਂ ਤਾਂ ਉਹ ਅਪਮਾਨਿਤ ਅਨੁਭਵ ਕਰਦਾ ਹੈ। ਅਪਮਾਨ ਕਰਨ ਦੀ ਦ੍ਰਿਸ਼ਟੀ ਤੋਂ ਕੁੱਤਾ ਅਤੇ ਖੋਤਾ ਸਾਰੇ ਵਿਸ਼ਵ ਵਿੱਚ ਮਨੁੱਖ ਦੀ ਸਹਾਇਤਾ ਕਰਦੇ ਹਨ। ਕਈ ਵਾਰੀ ਮਨੁੱਖ ਆਪਣੇ ਹੱਥਾਂ ਨਾਲ ਖੋਤੇ ਦੇ ਕੰਨ ਬਣਾ ਕੇ ਬਿਨਾਂ ਬੋਲੇ ਦੂਜੇ ਦਾ ਅਪਮਾਨ ਕਰਦਾ ਹੈ। ਭਾਵੇਂ ਵੱਖ-ਵੱਖ ਸਮਾਜਾਂ ਵਿੱਚ ਸੁੰਦਰਤਾ ਦੇ ਆਧਾਰ ਵੱਖਰੇ-ਵੱਖਰੇ ਹਨ, ਪਰ ਵਿਸ਼ਵ ਭਰ ਵਿੱਚ ਅੱਖਾਂ ਦੀ ਚਮਕ, ਸਫਾਈ, ਸਵੱਛਤਾ ਅਤੇ ਅਰੋਗਤਾ ਸਭਨੀ ਥਾਈਂ ਸੁੰਦਰਤਾ ਦੇ ਆਧਾਰ ਹਨ। ਸੋ ਇਹ ਸਨਮਾਨ ਸੂਚਕ ਵਿਸ਼ੇਸ਼ਣ ਹਨ। ਗੰਦਗੀ ਨੂੰ ਅਸੀਂ ਕੁਰੂਪਤਾ ਨਾਲ ਜੋੜਦੇ ਹਾਂ। ਸੋ ਕਿਸੇ ਦਾ ਅਪਮਾਨ ਕਰਨ ਲਈ ਕਿਸੇ ਗੰਦੀ ਚੀਜ਼ ਜਿਵੇਂ ਥੁੱਕ, ਸੀਂਡ, ਮਲ ਮੂਤਰ ਆਦਿ ਦਾ ਹਵਾਲਾ ਦਿੱਤਾ ਜਾਂਦਾ ਹੈ। ਕਿਸੇ ਵਿਅਕਤੀ ਦੀ ਕਿਸੇ ਗੰਦੀ ਚੀਜ਼ ਨਾਲ ਤੁਲਨਾ ਕਰਨੀ ਜਾਂ ਉਸ ਕੋਲੋਂ ਇਵੇਂ ਲੰਘਣਾ ਜਿਵੇਂ ਗੰਦ ਕੋਲੋਂ ਲੰਘ ਰਹੀ ਹੋਈ ਹੈ, ਉਸ ਪ੍ਰਤੀ ਅਪਮਾਨ ਦਾ ਪ੍ਰਗਟਾਵਾ ਹੁੰਦਾ ਹੈ। ਅਸ਼ਲੀਲਤਾ ਨੂੰ ਵੀ ਗੰਦਗੀ ਨਾਲ ਜੋੜਿਆ ਜਾਂਦਾ ਹੈ ਅਤੇ ਕਿਸੇ ਦਾ ਅਪਮਾਨ ਕਰਨ ਲਈ ਉਸ ਦੇ ਕਿਸੇ ਅਸ਼ਲੀਲ ਵਿਹਾਰ ਜਾਂ ਉਸ ਦੇ ਸਰੀਰ ਦੇ ਗੁਪਤ ਅੰਗਾਂ ਦਾ ਹਵਾਲਾ ਦਿੱਤਾ ਜਾਂਦਾ ਹੈ। ਕਿਸੇ ਪੁਰਸ਼ ਦਾ ਅਪਮਾਨ ਕਰਨ ਲਈ ਉਸ ਨਾਲ ਸੰਬੰਧਿਤ ਮਾਂ, ਪਤਨੀ, ਧੀ ਜਾਂ ਭੈਣ ਦੇ ਗੁਪਤ ਅੰਗਾਂ ਉੱਤੇ ਜਾਂ ਇਹਨਾਂ ਜੀਆਂ ਦੇ ਕਿਸੇ ਨਾਲ ਨਾਜਾਇਜ਼ ਸੰਬੰਧਾਂ ਉੱਤੇ ਵਿਅੰਗ ਕੀਤਾ ਜਾਂਦਾ ਹੈ। ਪਤਨੀ ਦਾ ਜਾਂ ਨੂੰਹ ਦਾ ਅਪਮਾਨ ਉਸ ਦੇ ਪੇਕਿਆਂ ਨੂੰ ਭੈੜਾ, ਝੂਠਾ ਅਤੇ ਬੇਈਮਾਨ ਸਿੱਧ ਕਰਕੇ ਕੀਤਾ ਜਾਂਦਾ ਹੈ। ਪੁਰਸ਼ ਇਸਤਰੀ ਦਾ ਅਪਮਾਨ ਉਸ ਨੂੰ ਚਰਿੱਤਰਹੀਣ ਸਿੱਧ ਕਰਕੇ ਅਤੇ ਇਸਤਰੀ ਪੁਰਸ਼ ਦਾ ਅਪਮਾਨ ਉਸ ਨੂੰ ਨਿਪੁੰਸਕ ਸਿੱਧ ਕਰਕੇ ਕਰਦੀ ਹੈ। ਇੱਕ ਇਸਤਰੀ ਕਿਸੇ ਦੂਜੀ ਇਸਤਰੀ ਦਾ ਅਪਮਾਨ ਉਸ ਦੇ ਕਿਸੇ ਭੈੜੇ ਪੁਰਸ਼ ਨਾਲ ਨਾਜਾਇਜ਼ ਸੰਬੰਧਾਂ ਦਾ ਹਵਾਲਾ ਦੇ ਕੇ ਕਰਦੀ ਹੈ। ਇੱਕ ਥਾਂ ਤੇ ਕੰਮ ਕਰਨ ਵਾਲੇ ਵਿਅਕਤੀ ਇੱਕ ਦੂਜੇ ਨੂੰ ਨਲਾਇਕ, ਘਮੰਡੀ, ਬੇਈਮਾਨ, ਕਾਮਚੋਰ ਆਦਿ ਸਿੱਧ ਕਰਕੇ ਅਪਮਾਨ ਕਰਦੇ ਹਨ। ਕਈ ਵਾਕ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਅਪਮਾਨ ਪ੍ਰਤੱਖ ਨਹੀਂ ਹੁੰਦਾ, ਲੁਕਿਆ ਹੁੰਦਾ ਹੈ। ਅਜਿਹੇ ਵਾਕਾਂ ਨਾਲ ਗੱਲਬਾਤ ਦਾ ਭੋਗ ਪੈ ਜਾਂਦਾ ਹੈ, ਜਿਵੇਂ ਕਿਸੇ ਅਣਵਿਆਹੀ ਇਸਤਰੀ ਨੂੰ ਪੁੱਛਣਾ ਕਿ ਤੁਹਾਡੇ ਬੱਚੇ ਕਿਤਨੇ ਹਨ ਆਦਿ। ਕਈ ਵਾਕ ਸੁਣਨ ਵਿੱਚ ਭੋਲੇ ਲੱਗਦੇ ਹਨ, ਪਰ ਉਹਨਾਂ ਵਿੱਚ ਅਪਮਾਨ ਦਾ ਤਿੱਖਾ ਡੰਗ ਹੁੰਦਾ ਹੈ। ਜਿਵੇਂ ਜਦੋਂ ਸਖਤ ਸੁਭਾਅ ਵਾਲਾ ਇੱਕ ਅਧਿਆਪਕ ਐਨਕ ਲਾ ਕੇ ਪਹਿਲੀ ਵਾਰ ਜਮਾਤ ਵਿੱਚ ਆਇਆ ਤਾਂ ਇੱਕ ਵਿਦਿਆਰਥੀ ਨੇ ਕਿਹਾ, ਮਾਸਟਰ ਜੀ ਅੱਜ ਤੁਸੀਂ ਪੜ੍ਹੇ ਲਿਖੇ ਲੱਗ ਰਹੇ ਹੋ। ਇੱਕ ਪ੍ਰੋਫੈਸਰ ਦੇ ਰਿਟਾਇਰ ਹੋਣ ਉੱਤੇ ਵਿਦਾਇਗੀ ਪਾਰਟੀ ਤੇ ਕਿਸੇ ਨੇ ਕਿਹਾ, ਮੈਂ ਆਸ ਕਰਦਾ ਹਾਂ ਕਿ ਪ੍ਰੋਫੈਸਰ ਸਾਹਿਬ ਹੁਣ ਉਹਨਾਂ ਕਿਤਾਬਾਂ ਨੂੰ ਪੜ੍ਹਨਗੇ ਜਿਹੜੀਆਂ ਉਹ ਸਾਰੀ ਉਮਰ ਪੜ੍ਹਾਉਂਦੇ ਰਹੇ ਹਨ। ਕਿਸੇ ਡਾਕਟਰ ਦੀ ਬਦਲੀ ਉੱਤੇ ਉਸ ਦੇ ਸਹਿਯੋਗੀ ਨੇ ਕਿਹਾ, ਡਾਕਟਰ ਸਾਹਿਬ ਦੇ ਇਲਾਜ ਨਾਲ ਜਿਹੜੇ ਮਰੀਜ਼ ਅਣਿਆਈ ਮੌਤ ਮਰ ਗਏ ਹਨ, ਉਹਨਾਂ ਦੀ ਮਿੱਠੀ ਯਾਦ ਵਿੱਚ ਹੁਣ ਅਸੀਂ 2 ਮਿੰਟ ਦਾ ਮੌਨ ਧਾਰਾਂਗੇ। ਡੰਗਰਾਂ ਦੇ ਡਾਕਟਰ ਨੂੰ ਕਿਸੇ ਨੇ ਪੁੱਛਿਆ, ਸੁਣਿਆ ਹੈ ਤੁਸੀਂ ਡੰਗਰਾਂ ਦੇ ਡਾਕਟਰ ਹੋ? ਅੱਗੋਂ ਡਾਕਟਰ ਨੇ ਕਿਹਾ, ਹਾਂ ਦੱਸੋ ਕੀ ਤਕਲੀਫ ਹੈ। ਹੁਣ ਸਨਮਾਨ ਦੀ ਭਾਵਨਾ ਨਾਲ ਕਿਸੇ ਦੀ ਬਾਹ ਵਿੱਚ ਬਾਹ ਪਾ ਕੇ ਚੱਲਣ ਦੀਆਂ ਸੰਭਾਵਨਾਵਾਂ ਅਤੇ ਥਾਵਾਂ ਮੁੱਕਦੀਆਂ ਜਾ ਰਹੀਆਂ ਹਨ। ਕੰਮ ਵਿੱਚ ਉਤਸ਼ਾਹ ਨਾ ਹੋਣ ਕਾਰਨ ਥਕੇਵਾਂ ਵੱਧ ਰਿਹਾ ਹੈ। ਡਰ ਉੱਤੇ ਉਸਰਿਆ ਹੋਇਆ ਸਤਿਕਾਰ ਜਾਂ ਸਵਾਰਥ ਅਧੀਨ ਕੀਤੀ ਹੋਈ ਪ੍ਰਸ਼ੰਸਾ ਜਾਂ ਮੰਗ ਕੇ ਲਿਆ ਹੋਇਆ ਸਨਮਾਨ ਜਾਂ ਦੌੜ ਭੱਜ ਕਰਕੇ ਪ੍ਰਾਪਤ ਕੀਤਾ ਇਨਾਮ ਵਾਸਤਵ ਵਿੱਚ ਅਪਮਾਨ ਦੇ ਹੀ ਵੱਖ-ਵੱਖ ਰੂਪ ਸਮਝੇ ਜਾਂਦੇ ਹਨ। ਜਦੋਂ ਅਵਸਰ ਘੱਟ ਹੋਣ ਅਤੇ ਮੁਕਾਬਲਾ ਤੇਜ਼ ਹੋਵੇ, ਜਦੋਂ ਇਛਾਵਾਂ ਵਧੇਰੇ ਹੋਣ ਅਤੇ ਪ੍ਰਾਪਤੀ ਦੀ ਸੰਭਾਵਨਾ ਲਗਭਗ ਲੋਪ ਹੋਵੇ, ਤਾਂ ਅਕਸਰ ਹਰ ਰਿਸ਼ਤੇ ਨੇ ਅੰਤ ਨੂੰ ਅਪਮਾਨ ਵਾਲਾ ਰਿਸ਼ਤਾ ਬਣ ਜਾਣਾ ਹੁੰਦਾ ਹੈ। ਸਾਡੀ ਆਰਥਿਕ ਪ੍ਰਣਾਲੀ ਸਾਨੂੰ ਬੇਰਹਿਮ ਦੌੜ ਵਿੱਚ ਦੌੜਾਉਂਦੀ ਰਹਿੰਦੀ ਹੈ ਅਤੇ ਦੂਜਿਆਂ ਨਾਲ ਸਾਡੇ ਸਬੰਧਾਂ ਨੂੰ ਵਿਗਾੜਦੀ ਹੈ, ਜਿਸ ਕਾਰਨ ਮਨੁੱਖ ਦੀ ਜਿਤਨੀ ਦੁਰਗਤੀ ਅਜੋਕੇ ਯੁੱਗ ਵਿੱਚ ਹੋ ਰਹੀ ਹੈ, ਉਤਨੀ ਪਹਿਲਾਂ ਕਦੇ ਨਹੀਂ ਹੋਈ। ਹਰ ਕਿਸੇ ਪ੍ਰਤੀ ਅਪਮਾਨ ਦੀ ਦ੍ਰਿਸ਼ਟੀ ਸਾਡੇ ਯੁੱਗ ਦੀ ਮੁੱਖ ਪਛਾਣ ਹੈ। ਅਪਮਾਨ ਭਰੇ ਇਸ ਵਾਤਾਵਰਣ ਵਿੱਚ ਸਾਨੂੰ ਆਪਣੀ ਸਹਿਣਸ਼ੀਲਤਾ ਵਧਾਉਣੀ ਪਵੇਗੀ। ਅਜੋਕਾ ਯੁੱਗ ਸਵਾਰਥੀ ਸਮਝੌਤਿਆਂ ਦਾ ਯੁੱਗ ਹੈ। ਇਸ ਵਿੱਚ ਨਾ ਸਦੀਵੀ ਦੋਸਤੀਆਂ ਸੰਭਵ ਹਨ ਅਤੇ ਨਾ ਹੀ ਸਦੀਵੀ ਦੁਸ਼ਮਣੀ। ਸੋ ਨਾ ਸਨਮਾਨ ਉੱਤੇ ਪ੍ਰਸੰਨ ਹੋਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਵੱਲੋਂ ਕੀਤੇ ਅਪਮਾਨ ਉੱਤੇ ਉਦਾਸ ਹੋਣ ਦੀ ਲੋੜ ਹੈ। ਅਜੋਕਾ ਮਨੁੱਖ ਜੇ ਥੋੜ੍ਹਾ ਬਹੁਤ ਅਪਮਾਨ ਬਰਦਾਸ਼ਤ ਕਰਨਾ ਸਿੱਖ ਲਵੇ ਤਾਂ ਉਹ ਆਪਣੇ ਜੀਵਨ ਵਿੱਚ ਬੜਾ ਸੌਖਾ ਰਹੇਗਾ। ਦੁਸ਼ਮਣਾਂ ਵਰਗੇ ਦੋਸਤਾਂ ਦੇ ਅਜੋਕੇ ਦੌਰ ਵਿੱਚ ਅਪਮਾਨ ਤਾਂ ਸਾਡਾ ਹੋਣਾ ਹੀ ਹੋਣਾ ਹੈ, ਜਿਸ ਨੂੰ ਸਹਿਣਾ ਸਾਡੀ ਹੋਣੀ ਹੈ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੇਖ ਨਾਲ।